ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਜੁਗੋ ਜੁਗ ਅਟਲ, ਹਾਜ਼ਰਾ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਆਪ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਗੁਰਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਰਾਗ ਸੋਰਠ, ਮੁਬਾਰਕ ਅੰਗ 621 ਤੇ ਇਹ ਸ੍ਰੀ ਮੁਖਵਾਕ ਸੁਭਾਈਮਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਪ੍ਰਤੱਖ ਹਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦਾ ਇਹ ਸ੍ਰੀ ਮੁਖਵਾਕ ਹੈ। ਮਨੁੱਖ ਦੇ ਅੰਦਰ ਜੋ ਮੰਗ ਹੈ, ਜੇਕਰ ਉਸ ਮੰਗ ਦੇ ਪ੍ਰਤੀ ਅਕੀਦਾ ਜਿਹੜਾ, ਭਰੋਸਾ ਜਿਹੜਾ ਉਹ ਪਵਿੱਤਰ ਹੈ, ਤੇ ਮੰਗ ਜ਼ਰੂਰ ਪੂਰੀ ਹੁੰਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਜਿਹੜੀ ਲੋਚ ਹੈ ਨਾ, ਮੰਗ ਹੈ ਜਿਹੜੀ, ਮਨ ਉਸ ਚੀਜ਼ ਦੀ ਮੰਗ ਕਰਦਾ ਹੈ, ਤੇ ਜਿਸ ਚੀਜ਼ ਦੀ ਮੰਗ ਮਨ ਕਰਦਾ ਹੈ, ਮਨੁੱਖ ਉਹਦੇ ਵਾਸਤੇ ਹਰ ਉਪਰਾਲਾ ਕਰਦਾ ਹੈ, ਹਰ ਇੱਕ ਯਤਨ ਕਰਦਾ ਹੈ ਕਿ ਮੇਰੀ ਮੰਗ ਪੂਰੀ ਹੋ ਜਾਏ। ਤੇ ਜਦੋਂ ਮੰਗ ਦੀ ਜਿਹੜੀ ਮੰਗ ਹੈ ਅੰਦਰ ਪ੍ਰਬਲ ਹੋ ਜਾਵੇ, ਫਿਰ ਉਹ ਮੰਗ ਪੂਰੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਬੜੀ ਪਵਿੱਤਰ ਮੰਗ ਹੈ, ਤੇ ਹਰ ਰੋਜ਼ ਬ੍ਰਹਮ ਕਾਲ ਦੇ ਸਮੇਂ ਅੰਮ੍ਰਿਤ ਵੇਲੇ ਮੰਗ ਕੀਤੀ ਜਾਂਦੀ ਹੈ। ਬਹੁ ਗਿਣਤੀ ਪਦਾਰਥਵਾਦ ਦੀ ਮੰਗ ਕਰਦੀ ਹੈ। ਮੈਨੂੰ ਆਹ ਪ੍ਰਾਪਤ ਹੋ ਜਾਵੇ, ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ। ਦੁਨਿਆਵੀ ਪਦਾਰਥ
ਉਹਨਾਂ ਦੀ ਮੰਗ ਹੋ ਰਹੀ ਹੈ ਜਿਹੜੇ ਮਿਲਦੇ ਨੇ ਤੇ ਵਿਛੜ ਜਾਂਦੇ ਹੈ। ਬਹੁਤੀ ਦੂਰ ਕਿਉਂ ਜਾਈਏ, ਸਰੀਰ ਮਿਲਿਆ ਮੰਗ ਕਰਕੇ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਉਹਦਾ ਤਰਸ ਹੈ, ਕਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ। ਅੰਦਰ ਦੀ ਅਰਦਾਸ ਹੈ, ਸਰੀਰ ਮਿਲਿਆ ਇੱਕ ਦਿਨ ਵਿਛੜ ਜਾਏਗਾ। ਸਰੀਰਕ ਸੁੱਖ ਮਿਲੇ ਨੇ ਇੱਕ ਦਿਨ ਵਿਛੜ ਜਾਣਗੇ, ਵਿਛੜ ਜਾਣਗੇ। ਸਦੀਵ ਕਾਲ ਦੁੱਖ ਵੀ ਨਹੀਂ ਰਹਿੰਦਾ ਤੇ ਸਦੀਵ ਕਾਲ ਸੁੱਖ ਵੀ ਨਹੀਂ ਰਹਿੰਦਾ। ਪਰ ਮਨੁੱਖ ਦੀ ਮੰਗ ਹੈ ਸਦਾ ਸੁੱਖ ਹੀ ਰਹਿਣਾ। ਇਹ ਚਿੰਤਾ ਦਾ, ਇਹ ਦੁੱਖ ਦਾ ਵਿਸ਼ਾ ਹੈ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਦੀਵਾਨ ਦੇ ਵਿੱਚ ਕਿ ਜੋ ਮਿਲਿਆ ਉਹਨੇ ਵਿਛੜ ਜਾਣਾ ਹੈ, ਤੇ ਜਿਹਨੇ ਵਿਛੜਨਾ ਹੈ ਉਹਨੇ ਸਾਡੇ ਹਿਰਦੇ ਦੇ ਉੱਤੇ ਇੱਕ ਛਾਪ ਛੱਡ ਕੇ ਜਾਣੀ ਹੈ, ਜਿਹੜੀ ਲੰਬੇ ਸਮੇਂ ਤੱਕ ਨਹੀਂ ਮਿਟੇਗੀ। ਖੁਸ਼ੀ ਮਨੁੱਖ ਭੁੱਲ ਜਾਂਦਾ ਹੈ, ਦੁੱਖ ਨਹੀਂ ਭੁੱਲਦਾ। ਖੁਸ਼ੀ ਇੰਨੀ ਆਹਤ ਨਹੀਂ ਕਰਦੀ ਹੈ ਮਨੁੱਖ ਦੇ ਅੰਦਰ ਨੂੰ, ਇੰਨੀ ਚੋਟ ਨਹੀਂ ਪਹੁੰਚਾਉਂਦੀ, ਇੰਨਾ ਆਨੰਦ ਨਹੀਂ ਦੇ ਸਕਦੀ ਕਿ ਖੁਸ਼ੀ ਮਨੁੱਖ ਦੇ ਅੰਦਰ ਆਨੰਦ ਦੀ ਐਸੀ ਚੋਟ ਮਾਰ ਦੇ ਕਿ ਉਹ ਆਨੰਦ ਕਦੇ ਵਿਸਰੇ ਨਾ। ਦੁੱਖ ਜ਼ਰੂਰ ਮਾਰਦਾ ਹੈ, ਦੁੱਖ ਦੀ ਚੋਟ ਜਦੋਂ ਲੱਗਦੀ ਹੈ ਤੇ ਉਹ ਲੰਬੇ ਸਮੇਂ ਤੱਕ ਮਨੁੱਖ ਦੇ ਅੰਦਰ ਘਰ ਕਰ ਲੈਂਦੀ ਹੈ। ਇੱਕ ਵਿਦਵਾਨ ਇਹਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, ਬੀਤੇ ਹੋਏ ਸਮੇਂ ਦਾ ਖਿਆਲ ਨਹੀਂ ਭੁੱਲਦਾ, ਅੱਖੀਆਂ 'ਚ ਹਿਜਰ ਦਾ ਖੂਨ ਰਹਿੰਦਾ ਡੁੱਲਦਾ। ਜਦੋਂ ਕਿਤੇ ਉਹ ਬੀਤ ਚੁੱਕਿਆ ਸਮਾਂ ਚੇਤੇ ਆਉਂਦਾ ਹੈ, ਮਨ ਦੀ ਅਵਸਥਾ ਹੀ ਕੁਝ ਹੋਰ ਹੋ ਜਾਂਦੀ ਹੈ। ਇਹ ਦੁਨਿਆਵੀ ਪਦਾਰਥਾਂ ਦਾ ਮੋਹ ਹੈ ਜਿਹਦੇ ਕਰਕੇ ਮਨੁੱਖ ਦੁੱਖ ਤੇ ਸੁੱਖ ਮਹਿਸੂਸ ਕਰਦਾ ਹੈ। ਜਿਹਨੇ ਮਿਲਣਾ ਹੈ ਤੇ ਇੱਕ ਦਿਨ ਵਿਛੜ ਜਾਣਾ ਹੈ, ਇਹ ਤੈਅ ਹੈ। ਪਰ ਇੱਕ ਐਸਾ ਵੀ ਸੁੱਖ ਹੈ ਜਿਹੜਾ ਇੱਕ ਵਾਰ ਮਿਲ ਜਾਵੇ ਤੇ ਸਦੀਵ ਕਾਲ ਮਿਲੇ ਹੀ ਰਹੇਗਾ, ਉਹ ਕਦੀ ਨਹੀਂ ਵਿਛੜਦਾ। ਉਸ ਸੁੱਖ ਦਾ ਜ਼ਿਕਰ ਕਰਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ। ਮੰਗ ਅੰਦਰ ਇੰਨੀ ਪ੍ਰਬਲ ਹੋ ਗਈ ਕਿ ਅੰਦਰ ਵਿਰਲਾਪ ਕਰ ਰਿਹਾ ਹੈ ਕਿ ਮੈਨੂੰ ਇਹ ਪ੍ਰਾਪਤ ਹੋਵੇ। ਵਾਰੀ ਵਾਰੀ ਅਪੀਲ ਹੋ ਰਹੀ ਹੈ, ਉਹਦੇ ਵਾਸਤੇ ਐਫਰਟ ਕੀਤੇ ਜਾ ਰਹੇ ਹੈ। ਪਰ ਜਦੋਂ ਰਹਿਮਤ ਹੁੰਦੀ ਹੈ ਉਦੋਂ ਫਿਰ ਉਹ ਅੰਦਰ ਦੀ ਜਿਹੜੀ ਮੰਗ ਹੈ, ਅੰਦਰ ਦੀ ਜਿਹੜੀ ਲੋਚ ਹੈ, ਉਹ ਪੂਰੀ ਹੁੰਦੀ ਹੈ। ਕਦੋਂ?
ਬਾਬਾ ਫਰੀਦ ਕਹਿੰਦੇ ਪਹਿਲੇ ਪਹਿਰੇ ਫੁੱਲੜਾ ਪਰ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕਰਨੋਂ ਦਾਤ। ਜਿਹੜੇ ਲਗਾਤਾਰ ਉਸ ਸਮੇਂ ਤੋਂ ਮੰਗਦੇ ਆ ਰਹੇ ਆ, ਉਸ ਸਮੇਂ ਦੀ ਲੋਚ ਹੈ ਜਦੋਂ ਸਰੀਰ ਦੀ ਅਵਸਥਾ ਸੀ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇ। ਜਦੋਂ ਇਹ ਸਰੀਰ ਸੁੰਦਰ ਸੀ ਤੇ ਸਮਰੱਥਾ ਵਿੱਚ ਹੀ ਸਰੀਰ ਦੇ ਵਿੱਚ, ਉਦੋਂ ਦੀ ਮੰਗ ਹੈ। ਪਰ ਬਾਬਾ ਫਰੀਦ ਕਹਿੰਦੇ ਜਿਹੜਾ ਮੰਗਦਾ ਹੈ, ਮੰਗਦਾ ਹੀ ਰਹਿੰਦਾ ਹੈ, ਮੰਗਦਾ ਹੀ ਰਹਿੰਦਾ ਹੈ, ਉਹਨੂੰ ਇੱਕ ਦਿਨ ਉਹ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ। ਪਰ ਬਹੁ ਗਿਣਤੀ ਇੱਦਾਂ ਹੀ ਕਹਿੰਦੇ ਨੇ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਸੰਤ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਭਗਤ ਪੂਰਨ ਸਿੰਘ ਜੀ, ਭਾਈ ਵੀਰ ਸਿੰਘ ਜੀ, ਇਹ ਜਿਹੜੇ ਮਹਾਂਪੁਰਖ ਸਨ, ਬੰਦਗੀ ਵਾਲੀਆਂ ਰੂਹਾਂ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਐਸੇ ਮਹਾਂਪੁਰਖ ਹੁਣ ਕਿੱਥੇ, ਹੁਣ ਕਿੱਥੇ? ਪਰ ਐਸਾ ਨਹੀਂ ਹੈ। ਸਤਿਗੁਰੂ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਹੈ, ਉਹ ਇੱਕ ਅਵਸਥਾ ਹੈ, ਉਹ ਅਵਸਥਾ ਸਾਡੀ ਵੀ ਬਣ ਸਕਦੀ ਹੈ ਜੇਕਰ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਗੁਰੂ ਦੇ ਦੱਸੇ ਮਾਰਗ 'ਤੇ ਚੱਲੀਏ। ਜਿਤਨੇ ਵੀ ਦਰਖਤ ਨੇ ਨਾ, ਬੋੜ ਦਾ ਦਰਖਤ ਤਕਰੀਬਨ ਸਾਰੇ ਦਰਖਤਾਂ ਦੇ ਨਾਲੋਂ ਵੱਡਾ ਹੁੰਦਾ ਹੈ ਤੇ ਬੜੀ ਲੰਬੀ ਉਮਰ ਵਾਲਾ ਹੁੰਦਾ ਹੈ। ਪਰ ਬੋੜ ਦਾ ਜਿਹੜਾ ਬੀਜ ਹੁੰਦਾ ਹੈ ਉਹ ਬਿਲਕੁਲ ਛੋਟਾ ਜਾਂਦਾ ਹੈ, ਤੇ ਜੇਕਰ ਉਸ ਬੀਜ ਨੂੰ ਆਪਣੇ ਹੱਥ ਦੀ ਤਲੀ ਤੇ ਰੱਖ ਕੇ ਤੇ ਉਸ ਬੋੜ ਦੇ ਦਰਖਤ ਨਾਲ ਕੰਪੈਰੀਜ਼ਨ ਕਰੀਏ, ਸਾਡਾ ਮਨ ਨਹੀਂ ਮੰਨੇਗਾ ਕਿ ਆਹ ਬੀਜ ਇੱਕ ਦਿਨ ਬੋੜ ਬਣ ਜਾਏਗਾ, ਬਣੇਗਾ। ਜੇਕਰ ਲਗਾਤਾਰ ਗੁਰੂ ਦੇ ਚਰਨਾਂ 'ਚ ਅਰਦਾਸ ਰਹੀ, ਗੁਰੂ ਦੇ ਦੱਸੇ ਮਾਰਗ ਤੇ ਚੱਲੇ, ਇੱਕ ਦਿਨ ਇਹ ਬੀਜ ਬੋੜ ਜ਼ਰੂਰ ਬਣੇਗਾ। ਬਾਬਾ ਆਨੰਦ ਸਿੰਘ ਜੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਜਨਮ ਤੋਂ ਐਸੇ ਨਹੀਂ ਸਨ। ਭਾਈ ਗੁਰਦਾਸ ਕਹਿੰਦੇ ਨੇ, ਪਹਿਲਾਂ ਪਾਇਆ ਬਖਸ਼ਦਰ ਬਾਬੇ, ਪਿੱਛੋਂ ਦੇ ਦਰ ਕਾਲ ਕਮਾਈ। ਉਹਨਾਂ ਨੇ ਕਾਲ ਕਮਾਈ ਕੀਤੀ, ਗੁਰੂ ਸ਼ਬਦ ਨੂੰ ਕਮਾਇਆ, ਬੰਦਗੀ ਕੀਤੀ, ਤੇ ਕੀਤੀ ਹੋਈ ਬੰਦਗੀ, ਜਪਿਆ ਹੋਇਆ ਨਾਮ ਇੱਕ ਦਿਨ ਗੁਰੂ ਦੀ ਰਹਿਮਤ ਸਦਕਾ ਫਲੀਭੂਤ ਹੋਇਆ ਤੇ ਉਹ ਬ੍ਰਹਮ ਅਵਸਥਾ ਨੂੰ ਪ੍ਰਾਪਤ ਹੋਏ। ਅਸੀਂ ਵੀ ਇਦਾਂ ਹੋ ਸਕਦੇ ਹਾਂ। ਅੰਗਰੇਜ਼ੀ ਦਾ ਇੱਕ ਵਿਦਵਾਨ ਰਾਈਟਰ ਕਹਿੰਦਾ ਹੈ, ਇਫ ਹੀ ਕੈਨ ਡੂ ਐਂਡ ਆਈ ਕੈਨ ਡੂ ਆਲਸੋ। ਜੇਕਰ ਸਾਡੇ ਵੱਡੇ ਵਡੇਰੇ ਕਰ ਸਕਦੇ ਨੇ, ਅਸੀਂ ਵੀ ਕਰ ਸਕਦੇ ਹਾਂ। ਗੁਰੂ ਕਿਰਪਾ ਸਦਕਾ। ਮਾਣ ਨਹੀਂ ਹੈ। ਮਨ ਤੂੰ ਮਤ ਮਾਣ ਕਰੈ, ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਨਿਮਾਣੇ ਮਾਣ ਪ੍ਰਾਪਤ ਕਰਦੇ ਨੇ,
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋਊ ਗਣੀਐ ਸਭ ਤੇ ਉੱਚਾ। ਮਾਣ ਅਹੰਕਾਰ ਵਾਲੀ ਕੋਈ ਬਾਤ ਨਹੀਂ ਹੈ। ਗੁਰੂ ਕਿਰਪਾ ਸਦਕਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਮਨ ਦੀ ਲੋਚ, ਮਨ ਦੀ ਮੰਗ ਉਦੋਂ ਪੂਰੀ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ। ਤੇ ਗੁਰੂ ਕਿਰਪਾ ਹੀ ਉਦੋਂ ਕਰਦਾ ਹੈ ਜਦੋਂ ਇਹ ਮਨ ਗੁਰੂ ਤੋਂ ਪ੍ਰਭਾਵਿਤ ਹੋ ਕੇ ਗੁਰੂ ਦਾ ਨਾਮ ਜਪਦਾ ਹੈ, ਗੁਰੂ ਦੇ ਰਸਤੇ ਤੇ ਚੱਲਦਾ ਹੈ। ਫਿਲਹਾਲ ਤੇ ਮਨ ਦੁਨਿਆਵੀ ਪਦਾਰਥਾਂ ਤੋਂ ਪ੍ਰਭਾਵਿਤ ਹੈ, ਉਹਨਾਂ ਨੂੰ ਜਪਦਾ ਹੈ। ਮਨ ਦੇ ਅੰਦਰ ਉਹ ਚੀਜ਼ ਰਹਿੰਦੀ ਹੈ ਜਿਸ ਚੀਜ਼ ਤੋਂ ਉਹ ਪ੍ਰਭਾਵਿਤ ਹੋਵੇ। ਧੀਆਂ, ਪੁੱਤਰ, ਘਰ-ਬਾਰ, ਬੈਂਕ ਬੈਲੈਂਸ, ਪ੍ਰਭੂ ਸੱਤਾ, ਇਹਨਾਂ ਚੀਜ਼ਾਂ ਤੋਂ ਮਨ ਪ੍ਰਭਾਵਿਤ ਹੈ। ਇਸੇ ਕਰਕੇ ਮਨ 'ਚ ਰਹਿੰਦੇ ਨੇ। ਮਨ ਦੁੱਖ ਤੋਂ ਵੀ ਪ੍ਰਭਾਵਿਤ ਹੈ, ਇਸੇ ਕਰਕੇ ਤੇ ਚਿੰਤਾ ਹੈ। ਮਨ ਸੁੱਖ ਤੋਂ ਵੀ ਪ੍ਰਭਾਵਿਤ ਹੈ ਕਿ ਜੋ ਮਿਲਿਆ ਵਿਛੜੇ ਨਾ, ਸਦਾ ਹੀ ਰਵੇ। ਪਰ ਸਤਿਗੁਰੂ ਕਹਿੰਦੇ ਨੇ ਸਭਨਾ ਮਰਨਾ ਆਇਆ ਵਿਛੋੜਾ ਸਭ ਨਾਹਾ। ਜਿਹੜੀ ਚੀਜ਼ ਮਿਲੀ ਹੈ ਉਹਨੇ ਵਿਛੜਨਾ ਹੈ। ਦਿਨ ਮਿਲਿਆ ਵਿਛੜ ਜਾਏਗਾ, ਰਾਤ ਆ ਜਾਏਗੀ। ਸਰੀਰ ਮਿਲਿਆ ਵਿਛੜ ਜਾਏਗਾ। ਧੀਆਂ, ਪੁੱਤਰ, ਜੋ ਮਿਲਿਆ ਸੰਸਾਰ ਦੇ ਵਿੱਚ ਉਹਨੇ ਸੰਸਾਰ 'ਚ ਹੀ ਰਹਿ ਜਾਣਾ ਹੈ। ਇੱਥੋਂ ਤੱਕ ਕਿ ਸਰੀਰ ਮਿਲਿਆ ਇਹਨੇ ਵੀ ਸੰਸਾਰ 'ਚ ਹੀ ਰਹਿ ਜਾਣਾ ਹੈ, ਮਿੱਟੀ ਹੋ ਜਾਣਾ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਅਗਰ ਮਨ ਦੀ ਲੋਚ ਉਸ ਨਿਰੰਕਾਰ ਨੂੰ ਮਿਲਣ ਦੀ ਹੈ ਤੇ ਸਾਹਿਬ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਹੈ ਉਦੋਂ ਇਹ ਲੋਚ ਵੀ ਪੂਰੀ ਹੋ ਜਾਂਦੀ ਹੈ। ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਗੁਰੂ ਦੀ ਕਿਰਪਾ ਸਦਕਾ ਮਨ ਦੀ ਲੋਚ ਪੂਰੀ ਹੋ ਗਈ ਹੈ। ਹੁਣ ਮਨ ਪਦਾਰਥਵਾਦ ਦੇ ਵਿੱਚੋਂ ਨਿਕਲ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ। ਮੈਂ ਕੱਲ ਜਿੱਥੇ ਕਥਾ ਸਮਾਪਤ ਕੀਤੀ ਸੀ ਕਿ ਬਾਤ ਇਤਨੀ ਕੁ ਹੈ ਕਿ ਕਾਲ ਦੇ ਵਿੱਚੋਂ ਕੱਢ ਕੇ ਮਨ ਨੂੰ ਅਕਾਲ ਨਾਲ ਜੋੜਨਾ ਹੈ। ਇਤਨਾ ਹੀ ਕੰਮ ਹੈ, ਪਰ ਇਹ ਕੰਮ ਬਹੁਤ ਔਖਾ ਹੈ। ਇਹਦੇ ਵਾਸਤੇ ਬਾਬਾ ਬੁੱਲੇ ਸ਼ਾਹ ਨੇ ਕਿਹਾ, ਕਹਿਣਗੇ ਬੁੱਲਿਆ ਮਨ ਦਾ ਕੀ ਸਮਝਾਉਣਾ, ਇਧਰੋਂ ਪੱਟਣਾ ਤੇ ਇਧਰੋਂ ਲਾਉਣਾ। ਪਰ ਰਵਿਦਾਸ ਜੀ ਕਹਿੰਦੇ ਇਹ ਕੰਮ ਸੌਖਾ ਨਹੀਂ ਹੈ। ਇਹ ਕਰਨ ਦੇ ਵਿੱਚ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜੇ ਜਨਮਾਂ ਦਾ ਪ੍ਰੋਸੈਸ ਹੈ। ਹੋ ਸਕਦਾ ਹੈ ਇਸ ਵਾਰੀ ਕਿਤੇ ਸੁਭਾਗ ਮਿਲ ਜਾਵੇ, ਮਨ ਕਾਲ ਦੇ ਵਿੱਚੋਂ ਨਿਕਲ ਕਰਕੇ ਅਕਾਲ ਦੇ ਨਾਲ ਜੁੜ ਜਾਵੇ। ਤੇ ਸਤਿਗੁਰੂ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ। ਗੁਰੂ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਮਨ ਇਸ਼ਨਾਨ ਕਰਕੇ ਹੁਣ ਹਿਰਦੇ ਰੂਪੀ ਘਰ ਦੇ ਅੰਦਰ ਟਿਕ ਗਿਆ ਹੈ। ਭਟਕਣਾ ਸਮਾਪਤ ਹੋ ਗਈ ਹੈ। ਪਦਾਰਥਵਾਦ ਦਾ ਮੋਹ ਸਮਾਪਤ ਹੋ ਗਿਆ ਹੈ। ਤੇ ਜਦੋਂ ਪਦਾਰਥਵਾਦ ਦਾ ਮੋਹ ਸਮਾਪਤ ਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਆਨੰਦ ਮੰਗਲ ਸੁਖ ਪਾਏ। ਫਿਰ ਇਸ ਮਨ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਖੇੜਾ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ ਹੈ। ਫਿਰ ਇਹ ਸੁੱਖ ਪ੍ਰਾਪਤ ਕਰਦਾ ਹੈ। ਉਹ ਸੁੱਖ ਜਿਹੜਾ ਸਦੀਵ ਕਾਲ ਇਸ ਮਨ ਦੇ ਨਾਲ ਰਹਿੰਦਾ ਹੈ, ਕਿਉਂਕਿ ਮਨ ਅਕਾਲ ਦਾ ਹਿੱਸਾ ਹੈ।
ਤੇ ਸਰੀਰ ਇਹ ਕਾਲ ਦਾ ਹਿੱਸਾ ਹੈ। ਇਹਦੇ ਉੱਤੇ ਸਮੇਂ ਦਾ ਪ੍ਰਭਾਵ ਹੈ, ਪਰ ਮਨ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ, ਮਨ ਪਵਿੱਤਰ ਹੋ ਗਿਆ ਹੈ, ਮਨ ਸ਼ਾਂਤ ਹੋ ਗਿਆ ਹੈ। ਆਨੰਦ ਮੰਗਲ ਸੁਖ ਪਾਏ। ਹੁਣ ਆਨੰਦ ਹੈ ਮਨ ਦੇ ਅੰਦਰ, ਵਿਗਾਸ ਹੈ, ਖੁਸ਼ੀ ਹੈ, ਖੇੜਾ ਹੈ। ਸਤਿਗੁਰੂ ਕਹਿੰਦੇ ਸੰਤੋ ਰਾਮ ਨਾਮ ਨਿਸਤਰੀਐ। ਇਸ ਤਰ੍ਹਾਂ ਇੱਕ ਗੁਰਸਿੱਖ ਇਸ ਭਵਜਲ ਸੰਸਾਰ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਿਆਂ ਤਰ ਸਕਦਾ। ਇਸ ਭਵਜਲ ਸੰਸਾਰ ਦੇ ਵਿੱਚੋਂ ਬੰਦਗੀ ਕਰਦਿਆਂ ਇੱਕ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ। ਫਿਰ ਸਤਿਗੁਰੂ ਕਹਿੰਦੇ ਊਠਤ ਬੈਠਤ ਹਰ ਹਰ ਧਿਆਈਐ। ਅਗਰ ਚਾਹੁੰਦੇ ਹੋ ਕਿ ਅਸੀਂ ਗੁਰੂ ਦਾ ਰੂਪ ਹੋ ਜਾਈਏ, ਅਸੀਂ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਈਏ, ਤੇ ਸਾਹਿਬ ਕਹਿੰਦੇ ਊਠਤ ਬੈਠਤ ਹਰ ਹਰ ਧਿਆਈਐ। ਉੱਠਦਿਆਂ ਤੇ ਬਹਿੰਦਿਆਂ ਤੇ ਤੁਰਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀਏ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕਿਰਤ ਕਰੀਐ। ਬਹੁਤ ਸਾਰੇ ਗੁਰਮੁਖੇ ਕਹਿ ਦਿੰਦੇ ਨੇ ਅਸੀਂ ਆਪਣੀ ਧਰਮ ਦੀ ਕਿਰਤ ਕਰਦੇ ਹਾਂ, ਪਰ ਧਰਮ ਦੀ ਕਿਰਤ ਕੀ ਹੈ? ਦੁਨਿਆਵੀ ਕੰਮ ਧੰਦੇ ਕਰਨਾ ਚੰਗੀ ਗੱਲ ਹੈ, ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚੰਗੀ ਗੱਲ ਹੈ, ਪਰ ਬਹੁਤੀ ਚੰਗੀ ਬਾਤ ਉਹ ਹੈ ਕਿ ਦੁਨਿਆਵੀ ਕਾਰਜ ਕਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ। ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕਿਰਤ ਕਰੀਐ। ਬਾਣੀ ਇਹਨੂੰ ਸੁਕਿਰਤ ਕਹਿੰਦੀ ਹੈ। ਜਿਹੜਾ ਮਨੁੱਖ ਸਵੇਰੇ ਅੰਮ੍ਰਿਤ ਵੇਲੇ ਕੰਮ ਤੇ ਜਾਣ ਤੋਂ ਪਹਿਲੇ ਬੰਦਗੀ ਕਰਦਾ ਹੈ, ਗੁਰੂ ਘਰ ਆਉਂਦਾ ਹੈ, ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਤੇ ਫਿਰ ਆਪਣੇ ਦੁਨਿਆਵੀ ਕੰਮ ਵਾਸਤੇ ਜਾਂਦਾ ਹੈ, ਇਹ ਹੈ ਸੁਕਿਰਤ। ਸੋ ਗੁਰੂ ਭਲਾ ਕਰੇ, ਸਭਨਾਂ ਨੂੰ ਸੁਕਿਰਤ ਬਖਸ਼ੇ, ਨਿਤਨੇਮ ਬਾਣੀ ਤੇ ਬਾਣੇ ਦਾ ਪਿਆਰ ਬਖਸ਼ੇ। ਗੁਰਬਾਣੀ ਦੇ ਅਨੁਸਾਰ ਜੀਵਨ ਦੀ ਸੋਝੀ ਗੁਰੂ ਆਪ ਰਹਿਮਤ ਬਖਸ਼ਿਸ਼ ਕਰਕੇ ਸਾਡੀ ਝੋਲੀ ਦੇ ਵਿੱਚ ਪਾ ਦੇਵੇ। ਸੋ ਐਤਨੀਕ ਬੇਨਤੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ